ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। एड्रेस 2201 साउथ यूनियन एवेन्यू बेकर्सफील्ड कैलिफोर्निया 93307। यूनियन विलेज। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਜੀ, ਪ੍ਰੋਗਰਾਮ ਸਮਾਧਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਰਜੀਵ ਭਾਸਕਰ ਜੀ ਇਸ ਵਕਤ ਜੁੜ ਗਏ ਨੇ। ਭਾਸਕਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਭਾਸਕਰ ਸਾਹਿਬ, ਸਭ ਤੋਂ ਪੰਜਾਬ ਦਾ ਭਖ ਦਾ ਮਸਲਾ ਹੈ, ਇੱਕ ਸਾਬਕਾ ਪ੍ਰਧਾਨ ਕਾਂਗਰਸ ਦਾ ਤੇ ਇੱਕ ਮੌਜੂਦਾ ਪ੍ਰਧਾਨ ਕਾਂਗਰਸ ਦਾ। ਕਹਿਣ ਤੋਂ ਬਾਅਦ 2/1 ਹੋਇਆ ਪਿਆ। 2 ਸਾਬਕਾ ਪ੍ਰਧਾਨ ਇੱਕ ਪਾਸੇ, ਮੌਜੂਦਾ ਇੱਕ ਪਾਸੇ, ਬੜੀ ਖੜਕੀ ਪਈ ਹੈ। ਜਿਸ ਢੰਗ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਸ਼ਾਇਦ ਮੈਂ ਇਸ ਤੋਂ ਪਹਿਲਾਂ ਇਹੋ ਜਿਹੀ ਸ਼ਬਦਾਵਲੀ ਜਿਹੜੀ ਹੈ ਖੁਦ ਆਪਣੀ ਪਾਰਟੀ ਦੇ ਲੀਡਰਾਂ ਲਈ ਨਹੀਂ ਸੁਣੀ ਸੀ। ਕੀ ਕਹੋਗੇ ਜੀ? ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ, ਔਰ ਖਾਸ ਕਰਕੇ ਬਾਜਵਾ ਉਹਨਾਂ ਦੀ ਤਰਫੋਂ ਜਾਖੜ ਸਾਹਿਬ ਵਾਸਤੇ, ਔਰ ਹਾਲਾਂਕਿ ਜਾਖੜ ਸਾਹਿਬ ਨੇ ਤੇ ਇੱਕ ਸ਼ੇਰੋ ਸ਼ਾਇਰੀ ਕਰਦੇ ਹੋਏ ਸ਼ਬਦਾਵਲੀ ਦੇ ਉੱਤੇ ਜ਼ਰੂਰ ਕੰਟਰੋਲ ਕੀਤਾ ਹੋਇਆ ਜੀ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਮੰਗ ਕੀਤੀ ਕਿ ਬਾਜਵਾ ਔਰ ਦੁੱਲੋ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਏ, ਉਹ ਗਾਲੀ ਗਲੋਚ ਤੋਂ ਵੀ ਤਕਰੀਬਨ ਜ਼ਿਆਦਾ ਹੀ ਕਹਿ ਸਕਦੇ ਹਾਂ। ਕਾਰਨ ਕਿ ਡਿਫਰੈਂਸਿਸ ਹਰ ਪੋਲੀਟੀਕਲ ਪਾਰਟੀ ਦੇ ਵਿੱਚ ਹੁੰਦੇ ਨੇ, ਔਰ ਉਸ ਡਿਫਰੈਂਸਿਸ ਦਾ ਇਹ ਮਤਲਬ, ਇਹ ਡਿਮਾਂਡ ਕਰਨਾ, ਔਰ ਇੱਥੇ ਤੱਕ ਇੱਕ ਰਿਪੋਰਟ ਬਣਾ ਕੇ ਉਹਨਾਂ ਨੇ ਆਸ਼ਾ ਕੁਮਾਰੀ ਨੂੰ ਭੇਜੀ। ਆਸ਼ਾ ਕੁਮਾਰੀ ਨੇ ਅੱਗੇ ਰਿਪੋਰਟ ਭੇਜਤੀ, ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਬਾਜਵਾ ਦੀ ਸਿਕਿਉਰਿਟੀ ਵਾਪਸ ਲੈ ਲਈ, ਉਹ ਆਪਣੇ ਆਪ ਵਿੱਚ ਹੀ ਮਾਮਲੇ ਨੂੰ ਠੰਡਾ ਕਰਨ ਦੀ ਬਜਾਏ ਤੱਤਾ ਕਰਤਾ, ਤੱਤਾ ਪੱਖੀ ਚੱਲਤੀ। ਔਰ ਪੱਖੀ ਚੱਲਣ ਤੋਂ ਬਾਅਦ ਜੋ ਕੁਝ ਹੋ ਰਿਹਾ ਹੁਣ, ਜਿਸ ਤਰੀਕੇ ਨਾਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਾਜਵਾ ਉਹਨਾਂ ਅੱਗ ਉਗਲ ਰਹੇ ਨੇ, ਜੇ ਐਕਸਪੈਕਟਡ ਲਾਈਨ ਤੇ ਹੀ ਹੈਗਾ। ਕਿਉਂਕਿ ਜਿਸ ਤਰ੍ਹਾਂ ਅਸੀਂ ਬਾਰ-ਬਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਕਹਿ ਚੁੱਕੇ ਹਾਂ ਕਿ ਬਾਜਵਾ ਉਹਨਾਂ ਦੇ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਰਿਸ਼ਤੇ ਸ਼ੁਰੂ ਤੋਂ ਠੀਕ ਨਹੀਂ ਹੈ, ਔਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਾਖੜ ਸਾਹਿਬ ਤੋਂ ਪਹਿਲੇ ਪ੍ਰਧਾਨ ਬਾਜਵਾ ਸਾਹਿਬ ਸੀਗੇ। ਈਵਨ ਕੈਪਟਨ ਅਮਰਿੰਦਰ ਸਿੰਘ ਜਦੋਂ PPCC ਦੇ ਪ੍ਰਧਾਨ ਬਣੇ ਸੀਗੇ, ਉਸ ਤੋਂ ਪਹਿਲੇ ਬਾਜਵਾ ਉਹਨਾਂ ਨੂੰ, ਬਾਜਵਾ ਸਾਹਿਬ ਤੋਂ ਬਾਅਦ ਕੈਪਟਨ ਸਾਹਿਬ, ਕੈਪਟਨ ਸਾਹਿਬ ਤੋਂ ਬਾਅਦ ਸੁਨੀਲ ਜਾਖੜ।
ਜੀ ਅਨਸੈਰੇਮੋਨੀਅਸਲੀ ਜਿਸ ਤਰੀਕੇ ਨਾਲ ਬਾਜਵਾ ਸਾਹਿਬ ਨੂੰ ਹਟਾਇਆ ਗਿਆ ਸੀਗਾ ਔਰ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਬਾਜਵਾ ਉਹਨਾਂ ਦੇ ਅਗੇਂਸਟ ਕਾਂਗਰਸ ਨੈਸ਼ਨਲ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨੂੰ ਜੀ ਚਿੱਠੀ ਲਿਖੀ ਸੀ ਔਰ ਇੱਥੇ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਇੱਕ ਬੱਚਾ ਕਰਾਰ ਦਿੱਤਾ ਸੀਗਾ ਕਿ ਇਨਐਕਸਪੀਰੀਅੰਸਡ ਹੈਗੇ ਹੈ, ਹਜੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਕਾਬਿਲ ਨਹੀਂ ਹੈਗੇ, ਉਹਨਾਂ ਨੂੰ ਆਪਣੀ ਮੰਮੀ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਪਰ ਉਸ ਤੋਂ ਬਾਅਦ ਜਿੱਦਾਂ ਕਾਂਗਰਸ ਦੇ ਵਿੱਚ ਇੱਕ ਕਲਚਰ ਹੈਗਾ ਕਿ ਜੋ ਗਾਂਧੀ ਪਰਿਵਾਰ ਦੇ ਅਗੇਂਸਟ ਬੋਲਦਾ ਹੈ ਜਾਂ ਕੁਝ ਵੀ ਉਂਗਲ ਚੱਕਦਾ ਹੈ ਤੇ ਉਹ ਪਾਰਟੀ ਦੇ ਵਿੱਚ ਨਹੀਂ ਰਹਿੰਦਾ, ਭਾਵੇਂ ਉਹ ਨਟਵਰ ਸਿੰਘ ਹੋਣ, ਭਾਵੇਂ ਉਹ ਹੋਰ ਵੱਡੇ ਆਗੂ ਤੁਸੀਂ ਦੇਖਿਆ ਹੋਏਗਾ ਪਿਛਲੇ ਦਿਨੋਂ, ਚਾਹੇ ਆ ਜਿਹੜੇ ਸ਼ਰਦ ਪਵਾਰ ਸੀਗੇ ਜਾਂ ਮਮਤਾ ਬੈਨਰਜੀ ਸੀਗੀ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਇਸ ਕਰਕੇ ਦਿਖਾਇਆ ਗਿਆ ਕਿ ਉਹਨਾਂ ਨੇ ਗਾਂਧੀ ਪਰਿਵਾਰ ਦੇ ਉੱਤੇ ਉਂਗਲ ਚੱਕੀ ਸੀਗੀ। ਉਹ ਵੀ ਤਦ ਜਦ ਸੋਨੀਆ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਚੱਲਦੀ ਸੀਗੀ ਔਰ ਉਹਦੇ ਗੱਲ ਜਦ ਬੀਜੇਪੀ ਨੇ ਇਹ ਮੁੱਦਾ ਚੱਕਿਆ ਕਿ ਉਹ ਬਾਹਰ ਦੀ ਸਿਟੀਜ਼ਨ ਹੈਗੀ ਹੈ, ਉਹ ਸਾਡੇ ਦੇਸ਼ ਦੀ ਰਹਿਣ ਵਾਲੀ ਨਹੀਂ ਹੈਗੀ ਹੈ, ਤੇ ਸ਼ਰਦ ਪਵਾਰ ਹੋਣ ਜਾਂ ਇੱਕ ਤਾਰਿਕ ਕਨਵਰ ਹੋਣ ਜਾਂ ਪੀਏ ਸੰਗਮਾ ਹੋਣ ਜਾਂ ਕੇ ਨਟਵਰ ਸਿੰਘ ਹੋਣ, ਇਹਨਾਂ ਸਾਰਿਆਂ ਨੂੰ ਪਾਰਟੀ ਦਾ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਪਰ ਕੈਪਟਨ ਸਾਹਿਬ ਨੇ ਰਾਹੁਲ ਗਾਂਧੀ ਦੇ ਖਿਲਾਫ ਇੰਨੇ ਕੁ ਬਿਆਨ ਦੇਣ ਦੇ ਬਾਵਜੂਦ ਵੀ ਕਾਂਗਰਸ ਹਾਈ ਕਮਾਂਡ ਦੀ ਮਜਬੂਰੀ ਬਣ ਗਿਆ ਸੀਗਾ ਕਿ ਬਾਜਵਾ ਉਹਨਾਂ ਨੂੰ ਹਟਾਣਾ ਔਰ ਕੈਪਟਨ ਸਾਹਿਬ ਨੂੰ ਪੀਪੀਸੀਸੀ ਦਾ ਪ੍ਰੈਜ਼ੀਡੈਂਟ ਬਣਾਉਣਾ। ਪਰ ਬਾਜਵਾ ਉਹਨਾਂ ਨੂੰ ਕੰਸੋਲ ਕਰਨ ਵਾਸਤੇ ਰਾਹੁਲ ਗਾਂਧੀ ਉਹਨਾਂ ਨੂੰ ਰਾਜ ਸਭਾ ਦੀ ਸੀਟ ਤੋਂ ਨਵਾਜ਼ਿਆ ਸੀਗਾ ਔਰ ਇਹੀ ਵਜ੍ਹਾ ਹੈਗੀ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਅਗਰ ਬਾਜਵਾ ਸਾਹਿਬ ਕੈਪਟਨ ਸਾਹਿਬ ਦੇ ਖਿਲਾਫ ਕੋਈ ਅੱਗ ਉਗਲ ਰਹੇ ਨੇ ਤੇ ਕਿਸੇ ਨਾ ਕਿਸੇ ਜਗ੍ਹਾ ਕੇਂਦਰ ਤੋਂ ਕੋਈ ਨਾ ਕੋਈ ਸਾਥ ਹੋ ਸਕਦਾ ਹੈ। ਪਰ ਇਹ ਗੱਲ ਅਸੀਂ ਸਿੱਧੂ ਬਾਰੇ ਵੀ ਕਹਿੰਦੇ ਸੀਗੇ ਕਿ ਸਿੱਧੂ ਉਹਨਾਂ ਨੈਸ਼ਨਲ ਪ੍ਰੈਜ਼ੀਡੈਂਟ ਖਾਸ ਕਰਕੇ ਰਾਹੁਲ ਗਾਂਧੀ ਉਹਨਾਂ ਦੇ ਬਹੁਤ ਕਲੋਜ਼ ਨੇ ਔਰ ਜਦ ਸਿੱਧੂ ਉਹਨਾਂ ਦਾ ਔਰ ਕੈਪਟਨ ਸਾਹਿਬ ਦਾ ਪੰਗਾ ਪਿਆ ਔਰ ਜਿਸ ਤਰੀਕੇ ਨਾਲ ਸਿੱਧੂ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਨੂੰ ਸਾਈਡ ਲਾਈਨ ਕਹੀਏ ਜਾਂ ਖੁੱਡੇ ਲਾਈਨ ਕਹੀਏ ਲਾਣਾ ਪਿਆ, ਉਸ ਐਪੀਸੋਡ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ ਕਾਂਗਰਸ ਪ੍ਰੈਜ਼ੀਡੈਂਟ ਵੀਕ ਹੈਗੇ ਨੇ ਔਰ ਕੈਪਟਨ ਸਾਹਿਬ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਵੀ ਗੱਲ ਆਪਣੀ ਮਨਵਾਉਣਾ ਚਾਹੁੰਦੇ ਨੇ ਉਹ ਮਨਵਾ ਸਕਦੇ ਨੇ। ਇਸ ਕਰਕੇ ਹੀ ਉਹਨਾਂ ਨੇ ਬਾਜਵਾ ਔਰ ਦੁੱਲੋ ਦੇ ਖਿਲਾਫ ਖੁੱਲ ਕੇ ਮੋਰਚਾ ਖੋਲ੍ਹਤਾ। ਹੁਣ ਇਸ ਮੁੱਦੇ ਤੇ ਹਾਈ ਕਮਾਂਡ ਕਦੋਂ ਤੇ ਕਿੱਦਾਂ ਇੰਟਰਵੀਨ ਕਰਦਾ ਹੈ, ਇਹ ਬੜੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਐਤਕੀ ਫੇਰ ਹਾਈ ਕਮਾਂਡ ਕੈਪਟਨ ਸਾਹਿਬ ਦੇ ਸਾਹਮਣੇ ਘੁੱਟਨੇ ਟੇਕਦਾ ਹੈ ਜਾਂ ਫਿਰ ਇਸ ਮਸਲੇ ਦਾ ਕੋਈ ਐਮੀਕੇਬਲ ਸੋਲੂਸ਼ਨ ਨਿਕਲਦਾ ਹੈ। ਇਹ ਤੇ ਹਜੇ ਨਜ਼ਰ ਤੇ ਨਹੀਂ ਆ ਰਿਹਾ ਕਿ ਛੇਤੀ ਕਿਤੇ ਹੋਣ ਵਾਲਾ ਹੈ, ਪਰ ਜੋ ਕੁਝ ਹੋ ਰਿਹਾ ਹੈ ਉਹ ਕਾਂਗਰਸ ਵਾਸਤੇ ਬਹੁਤ ਖਤਰਨਾਕ ਹੈ। ਕਾਂਗਰਸ ਵਾਸਤੇ ਔਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਇੱਕ ਖੇਮਾ ਤਿਆਰ ਹੋ ਰਿਹਾ ਹੈ ਔਰ ਉਹ ਵਿਦਨ ਕਾਂਗਰਸ ਪਾਰਟੀ ਤਿਆਰ ਹੋ ਰਿਹਾ ਹੈ। ਇਹ ਕੈਪਟਨ ਸਾਹਿਬ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਬਾਜਵਾ ਉਹਨਾਂ ਨੇ ਮੰਗਿਆ ਕੀ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇਹ ਕਤਲ ਹੋਏ ਨੇ, ਕਤਲ ਇਸ ਕਰਕੇ ਕਹਿ ਰਹੇ ਕਿ ਉਹ ਕੈਪਟਨ ਸਾਹਿਬ ਨੇ ਵੀ ਕਿਹਾ ਕਿ 111 112 ਲੋਕ ਜਿਹੜੇ ਸ਼ਰਾਬ, ਨਕਲੀ ਸ਼ਰਾਬ, ਜ਼ਹਿਰੀਲੀ ਸ਼ਰਾਬ ਕਰਕੇ ਮਾਰੇ ਗਏ ਨੇ, ਇਹਨਾਂ ਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਸੀਬੀਆਈ ਨੂੰ ਇਨਕੁਆਇਰੀ ਹੈਂਡਓਵਰ ਕਰ ਦੇਣੀ ਚਾਹੀਦੀ ਹੈ। ਉਹ ਵੀ ਤਦ ਜਦ ਬੋਥ ਐਕਸਾਈਜ਼ ਐਂਡ ਹੋਮ ਉਹ ਕੈਪਟਨ ਸਾਹਿਬ ਆਪ ਪੋਰਟਫੋਲੀਓ ਲੈ ਰਹੇ ਨੇ ਔਰ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਕਿਸੇ ਵੀ ਮੰਤਰੀ ਦਾ ਇਹ ਗੱਲ ਕਹਿਣਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਇਹ ਕੋਈ ਬਹੁਤ ਵੱਡਾ ਬਿਆਨ ਨਹੀਂ ਹੁੰਦਾ ਕਿਉਂਕਿ ਮੰਤਰੀ ਅਗਰ ਇਹ ਬਿਆਨ ਦੇ ਕਿ ਆਪਾਂ ਕਿਸੇ ਨੂੰ ਬਖਸ਼ ਦੇਂਗੇ ਤੇ ਉਹ ਇੱਕ ਅਨਯੂਜੂਅਲ ਜਿਹਾ ਬਿਆਨ ਹੁੰਦਾ ਹੈ। ਚਲੋ ਉਹ ਤੇ ਗੱਲ ਸੀਗੀ, ਪਰ ਇਹ ਜਿਹੜੀ ਲੜਾਈ ਹੁਣ ਅਗਲੇ ਲੈਵਲ ਤੇ ਜਾ ਰਹੀ ਹੈ ਔਰ ਉਸ ਲੜਾਈ ਦਾ ਬਿਲਕੁਲ ਆਪਣੇ ਭਾਸਕਰ ਸਾਹਿਬ, ਮੈਂ ਤੁਹਾਨੂੰ ਥੋੜਾ ਜਿਹਾ ਕੰਪੈਰੀਟਿਵ ਸਟੱਡੀ ਜੀ ਕਰਨਾ ਚਾਹੂੰਗਾ ਕਿ ਜੇਕਰ ਸਿੱਧੇ ਤੌਰ ਦੇ ਤੇ ਗੱਲ ਕਰੀਏ ਕਾਂਗਰਸ ਦੇ ਵਿੱਚ ਤਾਂ ਦੇਖੋ ਅੰਦਰੂਨੀ ਕਲਾ ਕਲੇਸ਼ ਅੱਜ ਦਾ ਨਹੀਂ, ਬੜਾ ਪੁਰਾਣਾ, ਭਾਵੇਂ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ ਦਾ ਸੀ, ਭਾਵੇਂ ਉਸ ਤੋਂ ਪਹਿਲਾਂ ਕੈਰੋਂ ਸਾਹਿਬ ਵੇਲੇ ਸੀ, ਭਾਵੇਂ ਜੇਕਰ ਕਾਂਗਰਸ ਇੱਕ ਵਾਰੀ ਤਾਂ ਤੁਸੀਂ ਇਹ ਦੇਖੋ ਕਿ ਜਿਹੜੇ ਕਾਂਗਰਸ ਦੇ ਕਹਿੰਦੇ ਕਿ ਅਸੀਂ ਕਾਂਗਰਸ ਦੇ ਫਾਊਂਡਰ ਹੈਗੇ ਆ ਇੰਦਰਾ ਗਾਂਧੀ, ਉਹਨਾਂ ਨੇ ਵੀ ਕਾਂਗਰਸ ਤੋੜੀ ਸੀਗੀ, ਆਪਣੀ ਕਾਂਗਰਸ ਇੰਦਰ ਆਈ ਬਣਾਈ। ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਦੇਖੋ ਸਿੱਧੇ ਤੌਰ ਦੇ ਉੱਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਬਿਲਕੁਲ ਚੁੱਪ ਨੇ, ਪਰ ਉਹ ਤੁਸੀਂ ਦੇਖੋ ਹਰਚਰਨ ਸਿੰਘ ਬਰਾੜ ਦੀ ਵੀ ਉਹੀ ਸਥਿਤੀ ਸੀਗੀ ਜਿਹੜੀ ਹੁਣ ਦੀ ਸਥਿਤੀ ਹੈ। ਉਦੋਂ ਹਰਚਰਨ ਸਿੰਘ ਬਰਾੜ ਦੀ ਉਹਨਾਂ ਨੇ ਲੈ ਕੇ 4 ਬੰਦੇ ਨਾਲ ਲੈ ਕੇ ਸਰਕਾਰ ਤੋੜਤੀ ਸੀ। ਪਰ ਕਿਤੇ ਨਾ ਕਿਤੇ ਮੈਨੂੰ ਹੁਣ ਨਜ਼ਰ ਆ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਜਿਵੇਂ ਮੇਰੀ ਕੱਲ੍ਹ ਗੱਲਬਾਤ ਹੋਈ ਹੈ, ਉਹ ਕਹਿੰਦੇ ਕਿ ਮੈਂ ਕਿਹਾ ਜੀ ਤੁਹਾਡੇ ਨਾਲ ਕਿੰਨੇ ਐਮਐਲਏ ਨੇ, ਕਿੰਨੇ ਮੰਤਰੀ ਨੇ ਜਾਂ ਕਿੰਨੇ ਤੁਹਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇ, ਉਹ ਕਹਿੰਦੇ ਨਹੀਂ ਮੈਂ ਇਕੱਲਾ ਇੱਕ ਵਾਰੀ ਤੁਰੂੰਗਾ, ਕਾਫਲਾ ਬਣ ਜਾਊਗਾ। ਬਿਲਕੁਲ ਠੀਕ ਕਹਿ ਰਹੇ ਨੇ, ਪਰ ਦੂਜੇ ਪਾਸੇ ਹਾਈ ਕਮਾਂਡ ਦੀ ਜਿਹੜੀ ਮਜਬੂਰੀ ਨਜ਼ਰ ਆਉਂਦੀ ਹੈ ਉਹ ਵੀ ਖਾਸ ਕਰਕੇ ਰਾਜਸਥਾਨ ਔਰ ਪਹਿਲੇ ਮੱਧ ਪ੍ਰਦੇਸ਼ ਔਰ ਉਸ ਤੋਂ ਪਹਿਲੇ ਆਂਧਰ ਪ੍ਰਦੇਸ਼ ਯਾਨੀ ਤੇਲੰਗਾਨਾ ਦੇ ਵਿੱਚ ਜਾਂ ਕਰਨਾਟਕਾ ਦੇ ਵਿੱਚ ਜਿਹੜਾ ਹੋਇਆ ਸੀਗਾ, ਉਸ ਵਿੱਚ ਹਾਈ ਕਮਾਂਡ ਨੂੰ ਕਿਸੇ ਨਾ ਕਿਸੇ ਜਗ੍ਹਾ ਇਸ ਗੱਲ ਦਾ ਅਹਿਸਾਸ ਹੈ ਕਿ ਅਗਰ ਅਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਮਾੜਾ ਜਿਹਾ ਵੀ ਛੇੜਿਆ ਤੇ ਕਿਤੇ ਸਾਡੀ ਸਥਿਤੀ ਜਿੱਦਾਂ ਦੀ ਸਥਿਤੀ ਮੱਧ ਪ੍ਰਦੇਸ਼ ਦੇ ਵਿੱਚ ਹੋਈ ਉਹੀ ਪੰਜਾਬ ਦੇ ਵਿੱਚ ਨਾ ਹੋ ਜਾਏ, ਕਿਉਂਕਿ ਪੰਜਾਬ ਹੀ ਇੱਕ ਏਦਾਂ ਦਾ ਸੂਬਾ ਬਚਿਆ ਹੈ ਜਿਹਦੇ ਵਿੱਚ ਹਜੇ ਤੱਕ ਕਾਂਗਰਸ ਦੀ ਨਾ ਕੇਵਲ ਫੁੱਲ ਮੈਜੋਰਿਟੀ ਨਾਲ
ਬਲਕਿ ਮੋਰ ਦੈਨ ਮੈਜੋਰਿਟੀ ਨਾਲ ਸਰਕਾਰ ਬਣੀ ਹੋਈ ਹੈ। ਕਿਉਂਕਿ ਯਾਦ ਕਰੋ 2017 ਤੋਂ ਪਹਿਲੇ ਵੀ ਇਹ ਮੁੱਦਾ ਉੱਠਿਆ ਸੀਗਾ ਔਰ ਤਕਰੀਬਨ ਇਹ ਗੱਲ ਸਾਫ਼ ਜਿਹੀ ਹੋ ਗਈ ਸੀਗੀ ਕਿ ਕੈਪਟਨ ਸਾਹਿਬ ਵੱਖਰੀ ਪਾਰਟੀ ਬਣਾ ਰਹੇ ਨੇ ਔਰ ਉਹ ਬੀਜੇਪੀ ਦੇ ਨਾਲ ਅਲਾਈਅੰਸ ਕਰ ਰਹੇ ਨੇ। ਭਾਸਕਰ ਸਾਹਿਬ ਫਿਰ ਤਾਂ ਸਪਸ਼ਟ ਹੋ ਗਿਆ ਨਾ ਕਿ ਇਹ ਕਾਂਗਰਸ ਦੀ ਸਰਕਾਰ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਫਿਰ ਤਾਂ। ਸਰ ਇਹ ਗੱਲ ਕਹੋਗੇ ਤੇ ਬਿਲਕੁਲ ਠੀਕ ਹੈ, ਲੇਕਿਨ ਚਲੋ ਟੈਕਨੀਕਲੀ ਤੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ, ਪੋਲੀਟੀਕਲੀ ਵੀ ਇਹ ਗੱਲ ਨਹੀਂ ਕਹਿ ਸਕਦੇ, ਪਰ ਇਹ ਗੱਲ ਜਗ ਜਾਹਿਰ ਹੈ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਪੀਪੀਸੀਸੀ ਪ੍ਰਧਾਨ ਜਾਂ ਮੁੱਖ ਮੰਤਰੀ ਦਾ ਕੈਂਡੀਡੇਟ 2017 ਦੇ ਵਿੱਚ ਨਹੀਂ ਬਣਾਇਆ ਜਾਂਦਾ ਤੇ ਪੰਜਾਬ ਦੇ ਰਾਜਨੀਤਿਕ ਸਮੀਕਰਨ ਵੱਖਰੇ ਹੋਣੇ ਸੀਗੇ। ਕੈਪਟਨ ਸਾਹਿਬ ਨੇ ਇੱਕ ਵੱਖਰੀ ਪਾਰਟੀ ਬਣਾਉਣ ਦਾ ਸਿਰਫ ਐਲਾਨ ਹੀ ਬਾਕੀ ਸੀਗਾ ਔਰ ਉਸ ਤੋਂ ਬਾਅਦ ਬੀਜੇਪੀ ਦੀ ਸਪੋਰਟ ਨਾਲ ਸਰਕਾਰ ਬਣਾਉਣ ਦੀ ਤਿਆਰੀ ਸੀਗੀ। ਹੁਣ ਕਿਉਂਕਿ ਕੈਪਟਨ ਸਾਹਿਬ ਇਹ ਗੱਲ ਐਲਾਨ ਕਰ ਚੁੱਕੇ ਨੇ ਕਿ 2022 ਦੇ ਵਿੱਚ ਦੁਬਾਰਾ ਇਲੈਕਸ਼ਨ ਲੜਨਗੇ ਤੇ ਸੇਮ ਸਥਿਤੀ 2022 ਦੇ ਵਿੱਚ ਵੀ ਦੁਬਾਰਾ ਬਣ ਸਕਦੀ ਹੈ, ਕਿਉਂਕਿ ਬੀਜੇਪੀ ਔਰ ਅਕਾਲੀ ਦਲ ਦੇ ਵਿੱਚ ਜਿਹੜੀ ਮਸਲੇ ਚੱਲ ਰਹੇ ਨੇ, ਜਿਹੜੇ ਰਫੜ ਚੱਲ ਰਹੇ ਨੇ, ਉਹਦੇ ਮੁਤਾਬਿਕ ਕਦੀ ਅਸੀਂ ਇਹ ਗੱਲ ਸੁਣਦੇ ਹਾਂ ਕਿ ਢੀਂਡਸਾ ਸਾਹਿਬ ਦੇ ਨਾਲ 2022 ਦੇ ਵਿੱਚ ਬੀਜੇਪੀ ਰੁਲ ਸਕਦੀ ਹੈ ਤੇ ਇੱਕ ਹੋਰ ਸਮੀਕਰਨ ਤਿਆਰ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਜਿਹੜੇ 2017 ਦੇ ਪਲਾਨ ਨੂੰ ਸ਼ੈਲਫ ਕੀਤਾ ਹੋਇਆ ਸੀਗਾ ਉਹਨੂੰ ਫਿਰ ਅਲਮਾਰੀਆਂ ਤੋਂ ਕੱਢ ਕੇ 2022 ਤੋਂ ਪਹਿਲੇ ਉਹ ਮਾਰਕੀਟ ਵਿੱਚ ਰੱਖ ਦੇਣ ਜੇ ਕਾਂਗਰਸ ਹਾਈ ਕਮਾਨ ਐਤਕੀ ਫੇਰ ਕੈਪਟਨ ਸਾਹਿਬ ਦੇ ਸਾਹਮਣੇ ਨਾ ਚੁੱਕਿਆ। ਤੇ ਹੁਣ ਕੈਪਟਨ ਹਾਈ ਕਮਾਨ ਨੂੰ ਕਿੰਨਾ ਕੁ ਝੁਕਾ ਸਕਦੇ ਨੇ ਔਰ ਹਾਈ ਕਮਾਨ ਕਿੰਨਾ ਕੁ ਕੈਪਟਨ ਸਾਹਿਬ ਦੇ ਸਾਹਮਣੇ ਦਬ ਸਕਦੇ ਨੇ, ਮੁੱਦਾ ਸਿਰਫ ਇਸ ਗੱਲ ਦਾ ਹੈਗਾ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਧੰਨਵਾਦ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਰਜੀਵ ਭਾਸਕਰ ਜੀ ਜੁੜੇ ਸਨ ਤੇ ਹੁਣ ਗੁਰਦਾਸਪੁਰ ਕੰਨੀ ਰੁਕ ਕਰਦੇ ਹਾਂ ਤੇ ਜਿੱਥੇ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ ਚੱਲ ਰਿਹਾ। ਲੂਥਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਲੂਥਰਾ ਸਾਹਿਬ ਕਿਸਾਨ ਕਿਉਂ ਜੇਲ੍ਹ ਭਰ ਰਹੇ ਨੇ ਜੀ? ਬੜੀ ਦੇਰ ਬਾਅਦ ਸੁਣਿਆ ਜੇਲ੍ਹ ਭਰੋ ਅੰਦੋਲਨ, ਜਿੱਥੇ ਕਰੋਨਾ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਵੱਧ ਰਿਹਾ ਜੀ। ਪਿਛਲੇ ਦਿਨੀ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਭਾਜਪਾ ਤੇ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਜਾਂ ਜਿਹੜੇ ਸ਼ਿਰਕਤ ਲੀਡਰ ਨੇ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਜਿਹੜੇ ਸੈਂਟਰ ਗਵਰਨਮੈਂਟ ਦੇ 3 ਬਿੱਲ ਪਾਸ ਕੀਤੇ ਨੇ, ਬਿਜਲੀ ਬੋਰਡ ਤੋੜਨਾ, ਮੰਡੀ ਬੋਰਡ ਤੋੜਨਾ ਤੇ ਕਿਸਾਨਾਂ ਦਾ ਸਮਰਥਨ ਮੁੱਲ ਜਿਹੜਾ ਵਾ ਉਹ ਬੰਦ ਕਰਨਾ, ਆੜਤੀ ਵਿੱਚੋਂ ਕੱਢਣਾ ਜੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸਾਰਾ ਦਾਰੋਮਦਾਰ ਦੇਣਾ। ਇਸੇ ਸੰਬੰਧ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਤੇ ਕੀਤਾ ਤੇ ਅਕਾਲੀ ਦਲ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਸਗੋਂ ਜਾ ਕੇ ਉੱਥੇ ਇਹਨਾਂ ਦੇ ਬਿੱਲ ਤੇ ਸਾਈਨ ਕਰ ਰਹੇ ਵੀ ਹਾਂ ਠੀਕ ਆ। ਇਸੇ ਨੂੰ ਲੈ ਕੇ ਪਿਛਲੇ ਦਿਨ ਜਿਹੜੇ ਧਰਨੇ ਮੁਜ਼ਾਹਰੇ ਕੀਤੇ ਗਏ ਤੇ ਉਹਦੇ ਵਿੱਚ ਕਰੀਬ 300 ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਕਰੋਨਾ ਨੂੰ ਲੈ ਕੇ ਜੀ। ਉਸੇ ਦੇ ਰੋਸ ਵਿੱਚ ਤੇ ਆਪਣਾ ਬਿੱਲ ਮਾਫ ਕਰਾਉਣ ਦੇ ਸੰਬੰਧ ਦੇ ਵਿੱਚ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨ ਸੰਘਰਸ਼ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਇਕੱਠੇ ਹੋ ਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੀ ਇਲਾਕੇ ਉਹਨਾਂ ਦੇ ਵਿੱਚ ਉਹਨਾਂ ਨੇ ਰੋਸ ਮਾਰਚ ਕੀਤਾ ਤੇ ਲਗਭਗ 2 ਤੋਂ 2.5 ਘੰਟੇ ਜਿਹੜਾ ਡੀਸੀ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ। ਜਦੋਂ ਉੱਥੇ ਕਿਸੇ ਅਫਸਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਅਸੀਂ ਗੰਨੇ ਦੇ ਪੈਸੇ ਮੰਗਦੇ ਆ, ਝੋਨੇ ਦੇ ਸਮਰਥਨ ਮੁੱਲ ਦੀ ਗੱਲ ਕਰਦੇ ਆ, ਕਣਕ ਦੇ ਸਮਰਥਨ ਮੁੱਲ ਦੀ ਗੱਲ ਕਰਦੇ ਆ ਤੇ ਸਾਨੂੰ ਜਿਹੜੇ ਮਿੱਲਾਂ ਵਾਲੇ ਆ ਜਾਂ ਪੁਲਿਸ ਮੁਲਾਜ਼ਮ ਨੇ ਜਾਂ ਪ੍ਰਸ਼ਾਸਨ ਆ ਹਮੇਸ਼ਾ ਹੀ ਸਾਨੂੰ ਧਮਕੀ ਲਾਉਂਦਾ, ਇਸ ਤਰ੍ਹਾਂ ਨਾ ਕਰੋ ਤੇ ਤੁਹਾਡੇ ਪਰਚੇ ਦਰਜ ਹੋ ਜਾਣਗੇ, ਤੁਹਾਨੂੰ ਚੁੱਕ ਕੇ ਜੇਲ੍ਹ 'ਚ ਭੇਜ ਦਿੱਤਾ ਜਾਏਗਾ ਜੀ। ਉਹਨਾਂ ਦਾ ਕਹਿਣਾ ਸੀ ਕਿ ਅੱਜ ਅਸੀਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ ਤੇ ਇਹਦਾ ਦਰਵਾਜ਼ਾ ਖੋਲੋ ਤੇ ਸਾਨੂੰ ਅੰਦਰ ਭਾਲੋ, ਕਿਉਂਕਿ ਅਸੀਂ ਰੋਜ਼ ਦੀਆਂ ਧਮਕੀਆਂ ਤੇ ਜਾਂ ਜਿਹੜੇ ਸਾਡੇ ਤੇ ਪਰਚੇ ਦਰਜ ਕੀਤੇ ਆ ਇਹਨਾਂ ਤੋਂ ਹੁਣ ਡਰਦੇ ਨਹੀਂ ਜੀ। ਤੇ ਸਾਡੀ ਇੱਕ ਤੇ ਕੇਂਦਰ ਸਰਕਾਰ ਸਾਡੇ ਜਿਹੜੇ 3 ਬਿੱਲ ਨੇ ਇਹਨਾਂ ਨੂੰ ਰੱਦ ਕਰੇ ਤੇ ਦੂਸਰਾ ਜਿਹੜੇ ਸਾਡੇ ਤੇ ਪਰਚੇ ਹੋਏ ਆ ਉਹਨਾਂ ਦੇ ਸੰਬੰਧ ਦੇ ਵਿੱਚ ਸਾਨੂੰ ਘਰੋਂ ਘਰੀ ਜੀ ਫੜਨ ਜਾਣਾ ਇਹਨਾਂ ਨੇ ਤੇ ਅਸੀਂ ਆਪ ਹੀ ਆ ਪਹੁੰਚੇ। ਇਹ ਸਾਰਾ ਸੰਬੰਧ ਦੇ ਵਿੱਚ ਜਿਹੜਾ ਅੱਜ ਜਿਹੜੇ ਗੁਰਦਾਸਪੁਰ 'ਚ ਕਿਸਾਨ ਇਕੱਠੇ ਹੋਏ ਸਨ ਉਹਨਾਂ ਨੇ ਜੇਲ੍ਹ ਭਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਨਹੀਂ ਜੀ। ਧੰਨਵਾਦ ਸਾਹਿਬ। ਤੇ ਆਇਆ ਜੀ ਮੀਂਹ ਮੂੰਹ ਭੇਜਤਾ ਸੀਗਾ? ਹਾਂਜੀ ਮੀਂਹ ਤੇ ਅੱਜ ਸਵੇਰੇ ਆਇਆ ਜੀ, ਜ਼ਿਲ੍ਹੇ ਪੂਰੇ 'ਚ ਲਗਭਗ ਆਇਆ ਜੀ, ਜਿਸ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਦੇ ਵਿੱਚ ਥੋੜਾ ਫਰਕ ਪਿਆ ਪਰ ਕਿਸਾਨ ਵਿਜੇ ਸਨ ਤੇ ਜਿਹੜਾ ਮੀਂਹ ਸੀ ਪਹਿਲਾਂ ਤੇ ਪ੍ਰਦਰਸ਼ਨ ਕਰਦੇ ਰਹੇ, ਜਦੋਂ ਮੀਂਹ ਖਤਮ ਹੋ ਗਿਆ ਤਾਂ
ਡੀਸੀ ਦਫ਼ਤਰ ਦੇ ਮੂਹਰੇ ਜਿਹੜਾ ਵਾ ਜੀ ਲਗਭਗ 2.5 ਤੋਂ 3 ਘੰਟੇ ਬੈਠੇ ਰਹੇ। ਪਰ ਹਾਲਾਤ ਕਿਸਾਨਾਂ ਦੇ ਜਿਹੜੇ ਬਹੁਤੇ ਵਧੀਆ ਨਹੀਂ ਹੈ ਦਾਨੇਵਾਲੀ ਬਿਲਕੁਲ ਸਾਹਿਬ। ਜੀ ਬਿਲਕੁਲ। ਅੱਜ ਇੱਕ ਮੈਂ YouTube ਦੇ ਉੱਤੇ ਇੱਕ ਲੜਕੀ ਦੀ ਬੜੀ ਸੋਹਣੀ ਤਕਰੀਰ ਜਿਹੜੀ ਹੈ ਉਹ ਪਾਈ ਹੈ ਜੀ। ਬੜਾ ਵਿਚਾਰੀ ਲੜਕੀ ਹੈ ਤਾਂ ਹਰਿਆਣਵੀ, ਪਰ ਉਹਨੇ ਬਹੁਤ ਸੋਹਣਾ ਬੋਲਿਆ। ਤੇ ਕਰੋਨਾ ਦੀ ਸਥਿਤੀ ਕਿਵੇਂ ਹੈ ਜੀ? ਕਰੋਨਾ ਦਾਨੇਵਾਲੀ ਸਾਹਿਬ ਦਿਨ ਪ੍ਰਤੀ ਦਿਨ ਜਿਹੜੇ ਕੇਸ ਤੇ ਵੱਧਦੇ ਜਾ ਰਹੇ ਆ, ਪਰ ਰਿਕਵਰੀ ਰੇਟ ਵੀ ਠੀਕ ਆ। ਜੀ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਾਫੀ ਇਫੈਕਟਿਵ ਆ। ਲਗ 20 ਤੋਂ ਵੱਧ ਮੌਤਾਂ ਜਿਹੜੀਆਂ ਉਹ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਹੋ ਚੁੱਕੀਆਂ ਹਾਲੇ ਤੱਕ, ਔਰ ਜ਼ਿਆਦਾਤਰ ਇਹਨਾਂ 'ਚ 50 ਸਾਲ ਤੋਂ ਉੱਪਰ ਦੇ ਲੋਕ ਨੇ, ਔਰ ਖਾਸ ਕਰਕੇ ਉਹ ਲੋਕ ਨੇ ਜਿਨ੍ਹਾਂ ਨੂੰ ਇਹਦੇ ਨਾਲ ਕਰੋਨਾ ਤੋਂ ਪਹਿਲਾਂ ਹੀ ਕੋਈ ਰਿਲੇਟਡ ਬਿਮਾਰੀਆਂ ਸਨ, ਜਿਸ ਤਰ੍ਹਾਂ ਕਿ ਕਿਡਨੀ ਦੀਆਂ ਜਾਂ ਲੀਵਰ ਦੀ, ਜਾਂ ਖਾਸ ਕਰਕੇ ਜਿਨ੍ਹਾਂ ਨੂੰ ਡਾਇਬਟੀਜ਼ ਜ਼ਿਆਦਾ ਸੀ, ਉਹ ਲੋਕ ਇਹਦੀ ਗ੍ਰਿਫਤ 'ਚ ਆਏ ਤੇ ਵਾਪਸ ਜਿਹੜਾ ਵਾ ਮੁੜ ਘਰ ਨਾ ਪਰਤੇ। ਤੇ ਇਹ ਸਥਿਤੀ ਜਿਹੜੀ ਹੈ ਕਰੋਨਾ ਦੀ ਆ ਮੌਕੇ ਦੀ। ਰਿਕਵਰੀ ਜਿਹੜੀ ਹੈ ਬਿਲਕੁਲ ਠੀਕ ਹੈ, ਰਿਕਵਰੀ ਹੋ ਰਹੀ ਹੈ, ਲੇਕਿਨ ਕਿਤੇ ਨਾ ਕਿਤੇ ਲੋਕ ਹੁਣ ਡਰਦੇ ਨਹੀਂ। ਲੋਕ ਕਹਿੰਦੇ ਰੋਜੀ ਰੋਟੀ ਕਮਾਉਣੀ ਹੈ, ਕਰੋਨਾ ਹੋ ਵੀ ਜਾਵੇ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਕੋਈ ਗੱਲ ਨਹੀਂ, ਨਾਲ ਦੇ ਨਾਲ ਦਵਾਈ ਚੱਲਦੀ ਰਹੇਗੀ, ਪਰ ਬੱਚੇ ਪਾਲਣੇ ਜ਼ਰੂਰੀ ਹੈ। ਬਿਲਕੁਲ, ਧੰਨਵਾਦ ਜੀ, ਮਿਹਰਬਾਨੀ। ਧੰਨਵਾਦ ਜੀ। ਹੁਣ ਆਪਾਂ ਕਰਦੇ ਜੀ ਰੁੱਖ ਬਰਨਾਲੇ ਦਾ, ਤੇ ਬਰਨਾਲੇ ਸਾਡੇ ਨਾਲ ਕਮਲਜੀਤ ਸੰਧੂ ਨੇ। ਤੇ ਅੱਜ ਕਮਲਜੀਤ ਜੇ ਗੱਲ ਕਰੀਏ ਤਾਂ ਜਥੇਬੰਦੀਆਂ ਦਾ ਪ੍ਰਦਰਸ਼ਨ ਜਿਹੜਾ ਹੈ ਬਰਨਾਲੇ ਦੇ ਵਿੱਚ ਰਿਹਾ, ਬੜੀਆਂ ਜਥੇਦਾਰੀਆਂ ਨੇ ਕੀਤਾ। ਕੀ ਜਿਹੜਾ ਕਿਹੜੀਆਂ ਜਥੇਬੰਦੀਆਂ ਸੀ? ਬਿਲਕੁਲ, ਜਿਸ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਜਿਹੜੇ 3 ਆਰਡੀਨੈਂਸ ਪਾਸ ਕੀਤੇ ਗਏ ਨੇ, ਉਹਨਾਂ ਦਾ ਜਿਹੜਾ ਵਿਰੋਧ ਹੈਗਾ ਜਿਸ ਦਿਨ ਦੇ ਵੀ ਪਾਸ ਹੋਏ ਨੇ। ਪਹਿਲਾਂ ਟਰੈਕਟਰ ਮਾਰਚ ਹੋਇਆ, ਇਸ ਤੋਂ ਪਹਿਲਾਂ ਪ੍ਰੋਟੈਸਟ ਹੋਏ, ਤੇ ਅੱਜ ਵੀ ਇੱਕ ਇਸ ਕੜੀ ਦੇ ਤਹਿਤ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਜਮਹੂਰੀ ਜਥੇਬੰਦੀਆਂ ਸੀਗੀਆਂ, ਭਾਰਤੀ ਕਿਸਾਨ ਯੂਨੀਅਨ ਦਕਾਉਂਦਾ ਤੇ ਉਹਦੇ ਨਾਲ 9 ਜਥੇਬੰਦੀਆਂ ਹੋਰ, ਉਹਨਾਂ ਵੱਲੋਂ ਅੱਜ ਜਿੰਨੇ ਪੰਜਾਬ ਦੇ MLA ਤੇ MP ਸੀਗੇ, ਉਹਨਾਂ ਦੀਆਂ ਜਿਹੜੀਆਂ ਕੋਠੀਆਂ ਅੱਗੇ ਉਹਨਾਂ ਨੂੰ ਚੇਤਾਵਨੀ ਪੱਤਰ ਦਿੱਤੇ ਨੇ ਜਾ ਕੇ ਵੀ ਤੁਸੀਂ ਜਿਹੜਾ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹਨਾਂ ਬਿੱਲਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ। ਤੇ ਇਹਨੂੰ ਲੈ ਕੇ ਅੱਜ ਬਰਨਾਲਾ ਦੇ 3 ਹਲਕਿਆਂ ਦੇ ਵਿੱਚ, ਬਰਨਾਲਾ, ਮਹਿਲ ਕਲਾਂ ਤੇ ਭਦੌੜ ਦੇ ਵਿੱਚ ਜਿਹੜੇ ਇੱਥੋਂ ਦੇ MLA ਨੇ ਆਮ ਆਦਮੀ ਪਾਰਟੀ ਦੇ ਤਿੰਨੋਂ, ਉਹਨਾਂ ਨੂੰ ਜਿਹੜੇ ਜਥੇਬੰਦੀਆਂ ਵੱਲੋਂ ਚੇਤਾਵਨੀ ਪੱਤਰ ਦਿੱਤੇ ਗਏ ਨੇ ਤੇ ਚੇਤਾਵਨੀ ਦਿੱਤੀ ਗਈ ਆ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਸੰਘਰਸ਼ ਆ ਕਿਸਾਨਾਂ ਦਾ, ਇਹਦੇ ਵਿੱਚ ਤੁਸੀਂ ਵੀ ਸ਼ਾਮਲ ਹੋਵੋ, ਤੁਸੀਂ ਇਹਦੇ ਖਿਲਾਫ ਆਵਾਜ਼ ਚੁੱਕੋ। ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਅੱਜ ਮੋਟਰਸਾਈਕਲ ਮਾਰਚ ਕੀਤੇ ਪਿੰਡਾਂ ਦੇ ਵਿੱਚ, ਤੇ ਉਸ ਤੋਂ ਬਾਅਦ MLA ਦੀਆਂ ਜਿਹੜੀਆਂ ਰਿਹਾਇਸ਼ ਸੀਗੀ ਉਹਨਾਂ ਦੇ ਉੱਥੇ ਆ ਕੇ ਉਹਨਾਂ ਨੂੰ ਧਰਨੇ ਦੇ ਵਿੱਚ ਉਹ MLA ਵੀ ਸ਼ਾਮਲ ਹੋਏ ਤੇ ਉਹਨਾਂ ਨੇ ਕਿਸਾਨਾਂ ਨੂੰ ਦੇ ਵਿੱਚ ਬੈਠੇ ਤੇ ਉਹਨਾਂ ਦੀ ਗੱਲ ਵੀ ਸੁਣੀ। ਵੈਸੇ ਗੱਲ ਤਾਂ ਮੈਨੂੰ ਕਿਤੇ ਨਾ ਕਿਤੇ ਚੰਗੀ ਲੱਗੀ ਹੈ, ਭਾਵੇਂ ਉਹ ਵਿਰੋਧੀ ਧਿਰ ਦੇ ਵਿੱਚ ਆਵਾਜ਼ ਤਾਂ ਚੁੱਕ ਸਕਦੇ ਆ, ਵਿਰੋਧੀ ਧਿਰ ਵਾਲਿਆਂ ਨੂੰ ਪੂਰਾ ਕਾਇਮ ਕਰਨਾ ਚਾਹੀਦਾ। ਵੋਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਵੀ, ਕੁਝ ਬੋਲੋ ਤਾਂ ਸਹੀ ਭਾਈ। ਜੀ ਬਿਲਕੁਲ, ਉਹਨਾਂ ਨੇ ਕਿਸਾਨਾਂ ਨੇ ਇਹ ਮੰਗ ਵੀ ਰੱਖੀ ਹੈਗੀ ਵੀ ਆਉਣ ਵਾਲੇ ਜਿਹੜੀਆਂ 22 ਦੀ ਇਲੈਕਸ਼ਨ ਆਗੀ ਉਹਦੇ ਵਿੱਚ ਕੋਈ ਬਾਹਲਾ ਸਮਾਂ ਨਹੀਂ ਰਹਿ ਗਿਆ, ਤਕਰੀਬਨ 1.5 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ। ਉਹ ਕਹਿੰਦੇ ਪਿੰਡਾਂ ਦੇ ਵਿੱਚ ਤੁਸੀਂ ਫੇਰ ਜਿਹੜੀਆਂ ਵੋਟਾਂ ਲੈਣ ਆਉਣਾਗਾ, ਉਹ ਵੋਟਾਂ ਨੂੰ ਲੈ ਕੇ ਵੋਟਾਂ ਲੈਣ ਆਉਣਾ, ਤਾਂ ਉਦੋਂ ਅਸੀਂ ਇਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਵੀ ਚਾਹੇ ਕੋਈ ਮਰਜ਼ੀ ਪਾਰਟੀ ਹੈ, ਜਿਹੜੀ ਇਹਨਾਂ ਬਿੱਲਾਂ ਦੇ ਖਿਲਾਫ ਜੇ ਆਵਾਜ਼ ਬੁਲੰਦ ਨਹੀਂ ਕਰੂਗੀ ਤਾਂ ਅਸੀਂ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਵੋਟਾਂ ਲੈਣ ਆਓਗੇ ਤਾਂ ਉਦੋਂ ਅਸੀਂ ਇਹਨਾਂ ਗੱਲਾਂ ਦਾ ਜਿਹੜਾ ਹਿਸਾਬ ਆ ਉਹ ਚੋਣਾਂ ਦੇ ਸਮੇਂ ਜਿਹੜਾ ਅਸੀਂ ਪੁੱਛਾਂਗੇ। ਜੀ। ਤੇ ਬੇਰੁਜ਼ਗਾਰਾਂ ਨੇ ਕਹਿੰਦੇ ਆਪਣੇ ਘਰਾਂ ਤੇ ਝੰਡੇ ਲਾ ਦਿੱਤੇ ਨੇ ਕਾਲੇ। ਬਿਲਕੁਲ ਜੀ, ਜਿੰਨੇ ਬੇਰੁਜ਼ਗਾਰ ਨੇ, ਜਿਹਦੇ ਵਿੱਚ ਕੁਝ ਹੈਲਥ ਡਿਪਾਰਟਮੈਂਟ ਨਾਲ ਸੰਬੰਧਿਤ ਨੇ, ਕੁਝ ਸਿੱਖਿਆ ਵਿਭਾਗ ਨਾਲ ਸੰਬੰਧਿਤ ਨੇ, ਜਾਂ ਹੋਰ ਵੀ ਕਿਸੇ ਵੀ ਵਿਭਾਗ ਨਾਲ ਨੇ, ਉਹਨਾਂ ਨੇ 10 ਤੋਂ 15 ਅਗਸਤ ਤੱਕ ਜਿਹੜਾ ਸਮਾਂ ਗਾ 5 ਦਿਨਾਂ ਦੇ ਲਈ ਜਿਹੜਾ ਆਜ਼ਾਦੀ ਦੇ ਜਸ਼ਨ ਨੇ ਉਹਨਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੇ 5 ਦਿਨ ਉਹਨਾਂ ਨੇ ਆਪਦੇ ਘਰਾਂ ਦੇ ਉੱਤੇ ਕਾਲੇ ਝੰਡੇ ਜਿਹੜੇ ਅੱਜ ਲਾਏ ਗਏ ਨੇ ਬਰਨਾਲਾ ਦੇ ਵਿੱਚ। ਪਿੰਡਾਂ ਦੇ ਵਿੱਚ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਹੜੇ ਆਪਦੇ ਘਰਾਂ ਤੇ ਕਾਲੇ ਝੰਡੇ ਲਾ ਕੇ ਜਿਹੜਾ ਸਰਕਾਰ ਵੱਲੋਂ ਉਹ ਜ਼ਾਹਰ ਕੀਤਾ ਜੀ। ਮਿਹਰਬਾਨੀ ਜੀ, ਧੰਨਵਾਦ। ਤੇ ਹੁਣ ਆਪਾਂ ਚੱਲਦੇ ਹਾਂ ਮਾਨਸਾ। ਬਲਦੇਵ ਸ਼ਰਮਾ ਜੀ ਸਾਡੇ ਨਾਲ ਨੇ। ਬਲਦੇਵ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਕੁਝ ਦੱਸੋ, ਅਪਡੇਟ ਦਿਓ ਆਪਣੇ ਘੱਗਰ ਦੇ ਕੀ ਸਥਿਤੀ ਹੈਗੀ ਆ? ਸਵਰਨ ਜੀ, ਜੇਕਰ ਘੱਗਰ ਦੀ ਗੱਲ ਕਰੀ ਜਾਵੇ ਤਾਂ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ 12 ਤੋਂ 13 ਫੁੱਟ ਹੈ, ਕਾਫੀ ਘਟਿਆ ਹੋਇਆ ਪਾਣੀ ਇਸ ਟਾਈਮ ਜੀ। ਪਰ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਦੂਸ਼ਿਤ ਆ ਰਿਹਾ ਤੇ ਜਿਹਦੇ ਕਰਕੇ ਪਾਣੀ ਚੋਂ ਬਦਬੂ ਮਾਰਦੀ ਹੈ ਤੇ ਇਸ ਸੰਬੰਧੀ ਸਿਹਤ ਵਿਭਾਗ ਨੂੰ ਵੀ ਜਾਣੂ ਕਰਾਇਆ ਸੀ। ਸਿਹਤ ਵਿਭਾਗ ਨੇ ਕਿਹਾ ਕਿ ਪੋਲਿਊਸ਼ਨ ਡਿਪਾਰਟਮੈਂਟ ਨਾਲ ਗੱਲ ਕਰਾਂਗੇ। ਫਿਲਹਾਲ ਪਾਣੀ ਹੈ ਜਿਹੜਾ ਬਹੁਤ ਗੰਧਲਾ ਤੇ ਤੇਜ਼ਾਬ ਵਾਲਾ ਪਾਣੀ ਆ ਰਿਹਾ, ਜਿਹਦੇ ਕਰਕੇ ਲੋਕਾਂ ਨੂੰ ਇਹ ਸ਼ੰਕਾ ਹੈ ਵੀ ਇਹ ਪਾਣੀ ਫੈਕਟਰੀਆਂ ਨੇ ਛੱਡਿਆ, ਜਿਹਦੇ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਤੇ ਲਗਾਤਾਰ ਲੋਕ ਮੰਗ ਕਰ ਰਹੇ ਸਿਹਤ ਵਿਭਾਗ ਤੋਂ। ਘੱਗਰ ਦੀ ਤਾਂ ਪੋਜੀਸ਼ਨ ਤੇ ਹੈ ਜੀ। ਤੇ ਕਿਸਾਨ ਜਥੇਬੰਦੀਆਂ ਨੇ ਫਿਰ ਇੱਧਰ ਕਿਹੜੇ ਵਿਧਾਇਕ ਘੇਰੇ ਜੀ ਤੁਹਾਡੇ?
ਮਾਨਸਾ 'ਚ ਕਿਸਾਨਾਂ ਦੀ ਗੱਲ ਕਰੀਏ, 4 ਕਿਸਾਨ ਜਥੇਬੰਦੀਆਂ ਨੇ ਅੱਜ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਦਾ ਘਰ ਦਾ ਘਰਾਵ ਕੀਤਾ ਸੀ ਜੀ। ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਇਲੈਕਸ਼ਨ 'ਚ ਅਸੀਂ ਕਿਸੇ ਪਿੰਡ ਨੂੰ, ਕਿਸੇ ਵੀ ਪਿੰਡ 'ਚ ਕਿਸੇ ਨੇਤਾ ਨੂੰ ਵੜਨ ਨਹੀਂ ਦੇਵਾਂਗੇ, ਕਿਸੇ ਵੀ ਪਾਰਟੀ ਦਾ। ਜੀ। ਜੇਕਰ ਇਹ ਖੇਤੀ ਆਰਡੀਨੈਂਸ ਜੇ ਵਾਪਸ ਨਾ ਲਿਆ ਤਾਂ ਉਹ ਦੇਸ਼ ਵਿਆਪੀ ਸੰਘਰਸ਼ ਕਰਨਗੇ। ਪੂਰੇ ਭਾਰਤ 'ਚ 245 ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ ਤੇ ਪੰਜਾਬ 'ਚ 10 ਕਿਸਾਨ ਜਥੇਬੰਦੀਆਂ ਖੇਤੀ ਆਰਡੀਨੈਂਸ ਦੇ ਖਿਲਾਫ ਮੈਦਾਨ 'ਚ ਨੇ। ਜੀ ਜੀ। ਤੇ ਕਰੋਨਾ ਦੀ ਕੀ ਸਥਿਤੀ ਬੋਲ ਰਹੀ ਹੈ ਜੀ? ਮਾਨਸਾ 'ਚ ਕਰੋਨਾ ਦੀ ਸਥਿਤੀ ਇਸ ਟਾਈਮ ਲਗਾਤਾਰ ਕਰੋਨਾ ਦੀ ਸਥਿਤੀ ਵੱਧ ਰਹੀ ਹੈ ਜੀ। 226 ਮਰੀਜ਼ ਹੈ ਜਿਹੜੇ ਪੋਜ਼ਿਟਿਵ ਪਾਏ ਗਏ ਹੈ, ਜਿਨ੍ਹਾਂ ਤੋਂ 170 ਨੂੰ ਕਰੀਬ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਪੋਜ਼ਿਟਿਵਾਂ ਦਾ ਇਲਾਜ ਹੈ ਜਿਹੜਾ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਜਿਹੜੀ ਗੱਲ ਕਰੀਏ ਸਵਰਨ ਜੀ ਕਰੋਨਾ ਦੀ, ਤੇ ਜਿਹੜੀ ਪਹਿਲਾਂ ਦਹਿਸ਼ਤ ਸੀ ਲੋਕਾਂ 'ਚ, ਹੁਣ ਉਹ ਨਾ ਦਹਿਸ਼ਤ ਹੈ ਨਾ ਹੀ ਉਹਨਾਂ ਕੋਈ ਖੌਫ ਹੈ ਉਸ ਗੱਲ ਦਾ। ਲੋਕ ਆਮ ਜਿਹੜਾ ਬੁਖਾਰ ਵਾਂਗੂ ਜਾਂ ਆਪਾਂ ਕਹਿ ਦਈਏ ਆਮ ਕੋਈ ਵਾਇਰਲ ਚੀਜ਼ਾਂ ਦੇ ਵਾਂਗੂ ਇਹਨੂੰ ਲੈ ਰਹੇ ਆ। ਇਸ ਕਰਕੇ ਇਹਦੀ ਗਿਣਤੀ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ। ਲੋਕਾਂ 'ਚ ਕੋਈ ਹੁਣ ਇਸ ਨੂੰ ਲੈ ਕੇ ਖੌਫ ਨਹੀਂ ਹੈ। ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਤੇ ਬਠਿੰਡੇ ਆਉਣੇ ਜੀ, ਬਠਿੰਡੇ ਮੇਰੇ ਨਾਲ ਹੁਣ ਅਮਨਦੀਪ ਗੋਸਲ ਜੀ ਜੁੜ ਗਏ ਨੇ। ਗੋਸਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੋਸਲ ਸਾਹਿਬ, ਇੱਕ ਵੀਡੀਓ ਵਾਇਰਲ ਹੋਈ ਵੀ ਆਪਣੇ, ਕਿਉਂਕਿ ਸੈਟਰਡੇ ਸੰਡੇ ਛੁੱਟੀ ਸੀਗੀ, ਲੋਕ ਜਿਹੜੇ ਨੇ ਕਰੋਨਾ ਨਾਲ ਜਿਹੜੇ ਆਈਸੋਲੇਟ ਕੀਤੇ ਹੋਏ ਨੇ, ਉਹ ਕਹਿੰਦੇ ਚੜ੍ਹ ਗਏ ਜਿੱਥੇ ਇਹਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ, ਉਹ ਛੱਤਾਂ ਤੇ ਚੜ੍ਹ ਗਏ ਸੀ। ਕੀ ਵਾਕਿਆ ਬਠਿੰਡੇ ਦੀ ਵੀਡੀਓ ਸੀ ਜਾਂ ਕਿਤੋਂ ਬਾਹਰ ਦੀ ਸੀ? ਜੀ ਬਿਲਕੁਲ ਦਾਨੀਵਾਲ ਸਾਹਿਬ, ਜਿਹੜੀ ਉਹ ਵੀਡੀਓ ਵਾਇਰਲ ਹੋਈ ਸੀਗੀ ਉਹ ਲੋਕ ਨੇ ਜਿਹੜੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ ਲਈ ਭੇਜੇ ਗਏ ਸੀ ਮੈਰੀਟੋਰੀਅਸ ਸਕੂਲ ਦੇ ਵਿੱਚ। ਅੱਛਾ ਜੀ। ਤੇ ਉਹਨਾਂ ਵੱਲੋਂ ਸ਼ਰੇਆਮ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਲੋਕਲ ਪ੍ਰਸ਼ਾਸਨ ਤੇ ਜਿਹੜੇ ਇਲਜ਼ਾਮ ਲਾਏ ਗਏ ਸੀ ਵੀ ਜਿਹੜਾ ਉਹਨਾਂ ਨੂੰ ਖਾਣੇ ਦਾ ਜਿਹੜਾ ਹੈਗਾ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਉਹਨਾਂ ਦੇ। ਜੀ ਜੀ। ਨਾ ਹੀ ਚਾਹ ਪਾਣੀ ਦਾ ਕੋਈ ਟਾਈਮ ਹੈ। ਇਹ 5 ਵਜੇ ਤੱਕ ਜਿਹੜਾ ਹੈਗਾ ਉਹਨਾਂ ਨੂੰ ਖਾਣਾ ਨਹੀਂ ਮਿਲਦਾ, ਜਿਸ ਕਾਰਨ ਅੱਜ ਉਹ ਮਜਬੂਰਨ ਛੱਤਾਂ ਤੇ ਚੜੇ ਸੀ। ਉਹਨਾਂ ਨੇ ਇੱਥੋਂ ਤੱਕ ਧਮਕੀ ਦਿੱਤੀ ਸੀ ਵੀ ਜੇ ਪ੍ਰਬੰਧਾਂ 'ਚ ਸੁਧਾਰ ਨਾ ਹੋਇਆ ਤਾਂ ਉਹ ਛੱਤ ਤੋਂ ਛਾਲ ਵੀ ਮਾਰ ਦੇਣਗੇ। ਤੇ ਉਸ ਤੋਂ ਬਾਅਦ ਕੀ ਹੋਇਆ, ਉਹ ਦਿਨੇ ਵੀਡੀਓ ਵਾਇਰਲ ਹੁੰਦੀ ਹੈ, ਰਾਤ ਨੂੰ ਉੱਥੋਂ ਜਿਹੜੇ ਹੈਗੇ ਆ ਪਿਛਲੇ ਦਰਵਾਜ਼ੇ ਰਾਹੀਂ ਜਿਹੜਾ ਹੈਗਾ ਇੱਕ ਮਰੀਜ਼ ਜਿਹੜਾ ਫਰਾਰ ਹੋ ਜਾਂਦਾ ਹੈਗਾ। ਅੱਛਾ ਜੀ। ਠੀਕ ਹੈ ਜੀ। ਇਸ ਦੌਰਾਨ ਜਿਹੜਾ ਹੈਗਾ ਫਰਾਰ ਹੋਣ ਤੋਂ ਬਾਅਦ ਰਾਤ ਨੂੰ ਪੁਲਿਸ ਪ੍ਰਸ਼ਾਸਨ ਨੂੰ ਭਾਜਣਾ ਪੈ ਜਾਂਦੀਆਂ ਤੇ ਮੌਕੇ ਤੇ ਐਸਪੀ ਸਿਟੀ, ਡੀਐਸਪੀ ਸਿਟੀ ਵੱਡੇ ਜਿਹੜੇ ਲਾਮ ਲਸ਼ਕਰ ਨਾਲ ਪਹੁੰਚਦੇ ਨੇ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜੀ। ਫਿਲਹਾਲ ਇਹਦੇ ਉੱਤੇ ਕਿਸੇ ਵੀ ਅਧਿਕਾਰੀ ਨੇ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ ਸਾਡੇ ਕੋਲੇ ਪੁਖਤਾ ਜਾਣਕਾਰੀ ਹੈ ਵੀ ਇਹ ਉੱਥੋਂ ਜਿਹੜੇ ਹੈਗੇ ਆ ਇੱਕ ਵਿਅਕਤੀ ਜਿਹੜਾ ਏਮਸ ਦੀ ਲੇਬਰ ਨਾਲ ਸੰਬੰਧਿਤ ਸੀ, ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਸੀ, ਉਹ ਫਰਾਰ ਹੋ ਗਿਆ ਸੀਗਾ। ਜੀ ਜੀ। ਸੋ ਇਹ ਕੋਈ ਹੁਣ ਸੁਧਾਰ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ? ਕੋਈ ਰੋਟੀ ਰਾਟੀ ਮਿਲਣ ਲੱਗੀ ਉਹਨਾਂ ਦੇ ਪ੍ਰੋਟੈਸਟ ਤੋਂ ਬਾਅਦ? ਦੇਖੋ ਪ੍ਰਸ਼ਾਸਨ ਦਾਅਵੇ ਜ਼ਰੂਰ ਕਰ ਰਿਹਾ ਹੈਗਾ। ਪਹਿਲਾਂ ਤਾਂ ਬੜੇ ਪਰੌਂਠੇ ਪਰੂੰਠੇ ਖਵਾਉਂਦੇ ਸੀ ਸ਼ੁਰੂ ਚ ਮੈਨੂੰ ਲੱਗਦਾ। ਬਿਲਕੁਲ ਜੀ, ਕਿਉਂਕਿ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਜਿਹੜੇ ਪ੍ਰਬੰਧ ਉਸ ਹਿਸਾਬ ਨਾਲ ਨਹੀਂ ਕੀਤੇ ਜਾ ਰਹੇ ਹੈਗੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਬੰਧ ਨਾ ਸੁਧਾਰੇ ਗਏ ਤਾਂ ਇੱਕ ਵੱਡਾ ਜਿਹੜਾ ਹੈਗਾ ਆਪਾਂ ਕਹਿ ਦਈਏ ਜਿਹੜੇ ਲੋਕ ਨੇ ਫਿਰ ਦੁਬਾਰੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੇ ਨੇ। ਕਿਉਂਕਿ ਅੱਜ ਜਿਹੜੇ ਹੈਗੇ ਉੱਥੇ ਸਾਫ਼ ਸਫਾਈ ਲਈ ਜੋ ਕਰਮਚਾਰੀ ਨੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਵੀ ਅਸੀਂ ਜਿਹੜੇ ਕੋਵਿਡ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਸਾਨੂੰ ਵੀ ਜਿਹੜੇ ਹੈਗਾ ਦੂਜੇ ਮੁਲਾਜ਼ਮਾਂ ਵਾਂਗੂ ਸਹੂਲਤਾਂ ਦਿੱਤੀਆਂ ਜਾਣ। ਬਿਲਕੁਲ ਬਣਦੀਆਂ ਜੀ। ਹੁਣੇ ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਸਭ ਤੋਂ ਵੱਡਾ ਤਾਂ ਜਿਹੜਾ ਮਲ ਮੂਤਰ ਆ ਉਹਦੇ ਜ਼ਰੀਏ ਜਿਹੜੀ ਹੈ ਇਨਫੈਕਸ਼ਨ ਫੈਲਦੀ ਹੈ, ਤੇ ਫੈਲਣ ਦਾ ਜਿਹੜਾ ਹਜੇ ਟੱਚ ਨਾਲ ਨਹੀਂ ਫਿਰਦਾ, ਤੇ ਮਲ ਮੂਤਰ ਤੋਂ ਜ਼ਿਆਦਾ ਇਨਫੈਕਟਡ ਬੰਦੇ ਦੇ ਫੈਲਦੀ ਹੈ। ਤੇ ਇਕੱਠਾ ਬਿਲਕੁਲ ਜੀ, ਜਿਹੜੇ ਹੁਣ ਸਾਫ਼ ਸਫਾਈ ਕਰ ਰਹੇ ਨੇ ਕਰਮਚਾਰੀ, ਉਹਨਾਂ ਦੇ ਜਿਹੜੇ ਬਿਸਤਰ ਵਗੈਰਾ ਰੂਮ ਵਗੈਰਾ ਸਾਫ਼ ਕਰ ਰਹੇ ਨੇ, ਉਹਨਾਂ ਦੀਆਂ ਪਾਣੀ ਦੀਆਂ ਬੋਤਲਾਂ ਚੱਕ ਕੇ ਲੈ ਕੇ ਆ ਰਹੇ ਨੇ। ਸਰਕਾਰ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਕਿ ਉਹ ਵੀ ਕੋਵਿਡ ਦੇ ਵਿੱਚ ਬਰਾਬਰ ਦਾ ਆਪਣਾ ਰੋਲ ਅਦਾ ਕਰ ਰਹੇ ਨੇ। ਉਹਨਾਂ ਵੱਲੋਂ ਬਕਾਇਦਾ ਸਰਕਾਰ ਨੂੰ ਇੱਕ ਵੀਡੀਓ ਬਣਾ ਕੇ ਜਿਹੜਾ ਹੈਗਾ ਬੇਨਤੀ ਵੀ ਕੀਤੀ ਗਈ ਹੈ ਜਿਹੜੇ ਹੈਗੇ ਆ ਨਗਰ ਨਿਗਮ ਦੇ ਮੁਲਾਜ਼ਮ ਜੋ ਕੰਟਰੈਕਟ ਬੇਸ ਤੇ ਰੱਖੇ ਹੋਏ ਨੇ ਜੀ, ਤੇ ਉਹਨਾਂ ਵੱਲੋਂ ਬਕਾਇਦਾ ਇੱਕ ਵੀਡੀਓ ਬਣਾ ਕੇ ਮੰਗ ਰੱਖੀ ਕੀ ਹੈ ਵੀ ਸਾਨੂੰ ਵੀ ਦੂਜੇ ਮੁਲਾਜ਼ਮਾਂ ਬਰਾਬਰ ਸਹੂਲਤਾਂ ਦਿੱਤੀਆਂ ਜਾਣ ਜੋ ਅਸੀਂ ਕੋਵਿਡ ਦੇ ਵਿੱਚ ਕੰਮ ਕਰ ਰਹੇ ਹਾਂ। ਜੀ ਜੀ ਜੀ। ਸੋ ਅੱਜ ਮੀਂਹ ਦਾ ਕੀ ਸਥਿਤੀ ਰਹੀ? ਤੁਹਾਨੂੰ ਪਤਾ ਬਠਿੰਡਾ ਤਾਂ ਟਿੱਬਿਆਂ ਦਾ ਸ਼ਹਿਰ ਹੈ ਤੇ ਉਹਦੀ ਝੀਲਾਂ 'ਚ ਬਿਲਕੁਲ ਜੀ, ਜਿਵੇਂ ਕਹਿੰਦੇ ਵੀ ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਦਾ ਹਾਲਤ ਦੇ ਵੀ ਵੱਟ ਛੱਡ ਜਾਂਦਾ। ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਕਾਫੀ ਆਪਾਂ ਕਹਿ ਦਈਏ ਬਰਸਾਤ ਹੋਈ, ਪਰ ਜਿਹੜਾ ਹੈਗਾ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਸੁੱਕਾ ਰਿਹਾ, ਤੇ ਇਸ ਨਾਲ ਜਿਹੜਾ ਹੈਗਾ ਬਰਸਾਤ ਹੋਣ ਨਾਲ ਇੱਕੋ ਦਮ ਹੁਮਸ ਜਿਹੜੀ ਹੈ ਵੱਧ ਗਈ ਹੈ, ਤੇ ਜਿਹੜੀ ਹੈ ਗਰਮੀ ਦਾ ਪ੍ਰਭਾਵ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਹੋ ਗਿਆ, ਕਿਉਂਕਿ ਜਿਹੜਾ ਹੈਗਾ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਉਹਨਾਂ ਦੇ ਜਿਹੜੇ ਮੁਸੀਬਤ ਆ ਵੱਧ ਗਈ ਹੁਮਸ ਦੇ ਕਾਰਨ ਜਿਹੜੀ ਹੈ। ਜੀ, ਤੋ ਧੰਨਵਾਦ ਜੀ ਤੁਹਾਡਾ ਮਨਦੀਪ ਜੀ, ਸ਼ੁਕਰੀਆ। ਧੰਨਵਾਦ।
ਸੋ ਸਾਰੇ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਮੈਂ ਇੰਟਰਵਿਊ ਕਰਕੇ ਆਇਆ ਜੀ ਪ੍ਰਤਾਪ ਸਿੰਘ ਬਾਜਵਾ ਦੀ ਤੇ ਸ਼ਮਸ਼ੇਰ ਸਿੰਘ ਦੁੱਲੋਂ ਦੀ। ਇਹ ਇੰਟਰਵਿਊਜ਼ ਤੁਹਾਨੂੰ ਰੇਡੀਓ ਪੰਜਾਬ ਟੁਡੇ ਦੇ YouTube ਚੈਨਲ ਦੇ ਉੱਤੇ ਸੁਣਨ ਨੂੰ ਮਿਲਣਗੀਆਂ। ਤੁਸੀਂ ਪ੍ਰਤਾਪ ਸਿੰਘ ਬਾਜਵਾ ਵਾਲੀ ਇੰਟਰਵਿਊ ਆਲਰੇਡੀ ਜਿਹੜੀ ਹੈ ਜੀ ਉੱਥੇ ਅਪਲੋਡਡ ਹੈ, ਦੇਖ ਰਹੇ ਨੇ, ਕਾਫੀ ਪਸੰਦ ਕੀਤੀ ਜਾ ਰਹੀ ਹੈ। ਤੁਸੀਂ ਵੀ ਪਲੀਜ਼ ਕਮੈਂਟ ਕਰਿਓ ਜ਼ਰੂਰ। ਤੇ ਸ਼ਮਸ਼ੇਰ ਸਿੰਘ ਦੁੱਲੋਂ ਵਾਲੀ ਜਿਹੜੀ ਹੈ ਜੀ ਉਹ ਜਲਦ ਅਸੀਂ ਅਪਡੇਟ ਕਰ ਦਿਆਂਗੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਮੈਨੂੰ ਹੁਣ ਇਸ ਵਕਤ ਦਿਓ ਇਜਾਜ਼ਤ, ਤੇ ਕੱਲ੍ਹ ਨੂੰ ਫਿਰ ਮਿਲਾਂਗੇ ਇਸੇ ਟਾਈਮ। ਤੇ ਤੁਸੀਂ ਵੀ ਜੇਕਰ ਕੋਈ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਐਡਵਰਟੀਜ਼ਮੈਂਟ ਦੇਣਾ ਚਾਹੁੰਦੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਰੇਡੀਓ ਪੰਜਾਬ ਟੁਡੇ ਹਮੇਸ਼ਾ ਤੁਹਾਡੀਆਂ ਉਮੀਦਾਂ ਦੇ ਉੱਤੇ ਜਿਹੜਾ ਖਰਾ ਉਤਰਨ ਦੀ ਕੋਸ਼ਿਸ਼ ਕਰਦਾ। ਸੋ ਤੁਸੀਂ ਸਾਡੇ ਕੰਨ ਵੀ ਖਿੱਚ ਸਕਦੇ ਹੋ ਜੇਕਰ ਤੁਹਾਨੂੰ ਲੱਗੇ ਕਿ ਅਸੀਂ ਕਿਤੇ ਨਾ ਕਿਤੇ ਘਰਾਹੇ ਪੈ ਰਹੇ ਹਾਂ, ਤਾਂ ਅਸੀਂ ਕਿਤੇ ਗਰੇਜ਼ ਨਹੀਂ ਕਰਾਂਗੇ, ਤੁਹਾਡੇ ਹਰ ਸੁਜੈਸ਼ਨ ਨੂੰ ਵੈਲਕਮ ਕਰਾਂਗੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾ ਨੇਲਗਨ ਦਿਓ ਇਜਾਜ਼ਤ ਜੀ। ਫਿਰ ਮਿਲਦੇ ਹਾਂ ਕੱਲ੍ਹ ਨੂੰ 5:30 ਵਜੇ। ਤੇ ਤੁਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੇ ਇੱਕ ਖਾਸ ਗੱਲ, ਜਿਹੜੇ ਵੀਰ ਜਿਹੜੇ ਹੁਣ ਸੁਣ ਰਹੇ ਨੇ ਕਿਤੇ ਹੋਰੋਂ ਵੀ ਥਰਡ ਪਾਰਟੀ ਐਪ 'ਤੇ ਵੀ, ਉਹਨਾਂ ਨੂੰ ਦੱਸਦੇ ਕਿ ਰੇਡੀਓ ਪੰਜਾਬ ਟੁਡੇ ਦੇ ਤਮਾਮ ਪ੍ਰੋਗਰਾਮ ਰੇਡੀਓ ਪੰਜਾਬ ਟੁਡੇ ਦੀ ਐਂਡਰੋਇਡ ਐਪ ਦੇ ਉੱਤੇ ਤੁਸੀਂ ਸੁਣ ਸਕਦੇ ਹੋ।